ਨਾ ਉਹਨਾਂ ਨੇ ਕਦੇ ਕੁਰਬਾਨੀ ਕਰੀ ਹੈ। ਉਹਨਾਂ ਨੂੰ ਕਿਆ ਪਤਾ ਵੀ ਖੋਪੜੀ ਲਹਾਉਣ ਦਾ ਭਾਈ ਤਾਰੂ ਸਿੰਘ ਦਾ ਮਤਲਬ ਕੀ ਹੈ। ਇੱਕ ਬੰਦਾ ਇਹਨਾਂ ਦਾ ਦਿਖਾਵਾ ਰਸਤੇ ਦਾ ਜਿਹਨੇ ਗਊਆਂ ਵਾਸਤੇ ਸ਼ਹੀਦੀ ਦਿੱਤੀ ਹੋਵੇ। ਆ ਤਾਂ ਅਕਾਲੀ ਤਾਂ ਨਾਲ ਰਲੀ ਹੋਏ ਨੇ। ਇਹਨਾਂ ਨੂੰ ਤਾਂ ਇੰਨੀ ਗੈਰਤ ਨਹੀਂ ਹੈ ਕਿ ਭਾਈ ਠੀਕ ਹੈ ਨਾਲ ਰਹੋ, ਪ੍ਰੇਮ ਨਾਲ ਰਹੋ, ਸਿਆਸੀ ਸਾਂਝ ਪਾਲੋ, ਪਰ ਆਪਦਾ ਇਤਿਹਾਸ ਦਾ ਨਾ ਛੱਡੋ। ਜਿਹੜਾ ਦਰਖਤ ਆਪਣੀਆਂ ਜੜ੍ਹਾਂ ਛੱਡ ਦੇਗਾ ਉਹ ਸੁੱਕੇਗਾ, ਜਿੱਦਾਂ ਮਰਜ਼ੀ ਤਕੜਾ ਹੋ ਗਿਆ ਸੁੱਕ ਗਿਆ। ਕਿਸੇ ਨੂੰ ਨਹੀਂ ਪਤਾ ਲੱਗਿਆ ਵੀ ਮੂਲ ਮੰਤਰੀ ਗਲਤ ਲਿਖਿਆ, ਕਿਸੇ ਨੂੰ ਨਹੀਂ ਪਤਾ ਲੱਗਿਆ ਵੀ ਜਪ ਜੀ ਨੂੰ ਜਪ ਜੀ ਇਕੱਠਾ ਪਾਤਾ। ਇਹ ਸਮਝ ਨਹੀਂ ਆਇਆ ਕਿਸੇ ਨੂੰ। ਸਿਆਸਤ ਕੰਮ ਕਰਨੋਂ ਹਟ ਗਈ, ਫਿਰ ਸਾਡੇ ਵਰਗੇ ਲੋਕਾਂ ਦਾ ਕੰਮ ਆ ਗਿਆ, ਸਿਰਸਾ ਜੀ ਵਰਗਿਆਂ ਦਾ ਆ ਗਿਆ ਵੀ ਹੁਣ ਆਪਾਂ ਉੱਠੀਏ। ਸਾਡਾ ਇਤਿਹਾਸ ਇਹ ਹੈ ਕਿ ਘੋੜਿਆਂ ਦੀਆਂ ਕਾਠੀਆਂ ਤੇ ਸੌਂਦੇ ਸੀਗੇ, ਪੱਤੇ ਖਾ ਕੇ ਗੁਜ਼ਾਰਾ ਕਰਦੇ ਸੀ, ਪਰ ਇਹ ਨਹੀਂ ਮੰਨੀ। ਕਿਸੇ ਕੌਮ ਨੂੰ ਖਤਮ ਕਰਨ ਵਾਸਤੇ ਸਭ ਤੋਂ ਵੱਡਾ ਹਮਲਾ ਹੁੰਦਾ ਹੈ ਕਿ ਉਸ ਕੌਮ ਦਾ ਇਤਿਹਾਸ ਖਤਮ ਕਰ ਦਿੱਤਾ ਜਾਏ, ਤਾਂ ਜੋ ਉਹ ਜਿਹੜੀ ਕੌਮ ਹੈ ਉਹ ਆਪਣਾ ਪਿਛੋਕੜ ਬਾਰੇ ਜਾਣੂ ਨਾ ਹੋ ਸਕੇ। ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹ ਆਪਣੇ ਇਤਿਹਾਸ ਬਾਰੇ ਜਾਂ ਆਪਣੇ ਪਿਛਲੇ ਇਤਿਹਾਸ ਜਿਹੜਾ ਪਿਛਲਾ ਉਹਨਾਂ ਦਾ ਪਿਛੋਕੜ ਹੈ ਉਸ ਬਾਰੇ ਨਾ ਜਾਣ ਸਕਣ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵੀ ਵੱਖ-ਵੱਖ ਤਰੀਕੇ ਦੇ ਨਾਲ ਜਿਹੜਾ ਵਿਦਿਆਰਥੀਆਂ ਦੇ ਉੱਪਰ ਬੌਧਿਕ ਤੌਰ ਤੇ ਹਮਲਾ ਕਰਨ ਦਾ ਯਤਨ ਕੀਤਾ ਗਿਆ, ਜਿਸ ਨੂੰ ਉਜਾਗਰ ਕੀਤਾ ਗਿਆ ਹੈ। ਔਰ ਜਿਹੜੀਆਂ ਸਿੱਖ ਜਥੇਬੰਦੀਆਂ ਜਾਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਰ-ਬਾਰ ਧਰਨਾ ਲਗਾਇਆ ਹੋਇਆ ਹੈ। ਸਾਡੇ ਨਾਲ ਡਾਕਟਰ ਪਿਆਰੇ ਲਾਲ ਗਰਗ ਨੇ ਸਟੇਜ ਦੇ ਉੱਪਰ ਵੀ ਬੋਲ ਕੇ ਆਏ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ। ਡਾਕਟਰ ਸਾਹਿਬ, ਸਭ ਤੋਂ ਪਹਿਲਾ ਸਵਾਲ ਹੈ, ਕਾਰਨ ਕੀ ਮੰਨਦੇ ਹੋ ਉਸ ਤਰੀਕੇ ਦੇ ਨਾਲ ਵਿਦਿਆਰਥੀਆਂ ਨੂੰ ਇਤਿਹਾਸ ਦੇ ਵਿੱਚ ਜਿਹੜਾ ਉਹਨਾਂ ਦੀ ਹੋਂਦ ਹੈ, ਜਿਸ ਇਤਿਹਾਸ ਦੇ ਨਾਲ ਉਹਨਾਂ ਨੇ ਜੁੜ ਕੇ ਭਵਿੱਖ ਦੇ ਵਿੱਚ ਸੰਸਾਰ ਦੇ ਵਿੱਚ ਵਿਚਰ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਜਿਹੜਾ ਫਲਸਫਾ ਉਹਦੇ ਬਾਰੇ ਦੱਸਣਾ ਹੁੰਦਾ ਹੈ, ਤਾਂ ਸਭ ਤੋਂ ਪਹਿਲਾਂ ਕਾਰਨ ਕੀ ਮੰਨਦੇ ਹੋ ਇਸ ਤਰੀਕੇ ਦੇ ਨਾਲ ਇਤਿਹਾਸ ਨੂੰ ਵਿਗਾੜਨ ਦਾ? ਦੇਖੋ, ਇਤਿਹਾਸ ਇਸ ਕਰਕੇ ਵਿਗਾੜਿਆ ਜਾਵੇ ਪੰਜਾਬ ਨਾ ਰਹੇ, ਇੱਥੋਂ ਦਾ ਨੌਜਵਾਨ ਗੁੰਡਾ ਬਦਮਾਸ਼ ਬਣ ਜੇ, ਇੱਥੋਂ ਦਾ ਨੌਜਵਾਨ ਜਿਹੜਾ ਨਸ਼ੇ ਖਾਵੇ, ਕਿਉਂਕਿ ਉਹ ਇਤਿਹਾਸ ਨਹੀਂ ਜਾਣੇਗਾ। ਇਤਿਹਾਸ ਨੂੰ ਜਾਣਨਾ ਜ਼ਰੂਰੀ। ਗੁਰੂ ਸਾਹਿਬ ਨੇ ਦੱਸਿਆ ਹੈ, ਬਾਬਾਨੀਆਂ ਕਹਾਣੀਆਂ ਪੁੱਤ ਸਪੂਤ ਕਰੇਨ, ਯਾਨੀ ਕਿ ਤੁਹਾਡੇ ਬਾਬਿਆਂ ਦਾਦਿਆਂ ਦੀਆਂ ਜਿਹੜੀਆਂ ਕਹਾਣੀਆਂ ਨੇ, ਯਾਨੀ ਕਿ ਇਤਿਹਾਸ ਹੈ, ਉਹ ਤੁਹਾਨੂੰ ਚੰਗੇ ਬਣਾਉਂਦਾ ਕਿ ਉਹਨਾਂ ਨੇ ਕੀ ਠੀਕ ਕਰਿਆ ਸੀ, ਕੀ ਕਿਤੇ ਕੋਈ ਕਮੀ ਰਹਿ ਗਈ, ਉਹਨੂੰ ਆਪਾਂ ਅਗਲੀ ਪੀੜ੍ਹੀ ਦੂਰ ਕਰੇ। ਅਤੇ ਉਹ ਇਤਿਹਾਸ ਨੂੰ ਜਦ ਕੋਈ ਬਦਲਦਾ ਹੈ, ਜੇ ਤੁਹਾਡਾ ਇਤਿਹਾਸ ਕੁਰਬਾਨੀ ਭਰਿਆ ਹੈ, ਜੇ ਤੁਹਾਡਾ ਇਤਿਹਾਸ ਜੋਸ਼ ਵਾਲਾ ਹੈ, ਜੇ ਤੁਹਾਡਾ ਇਤਿਹਾਸ ਸਮਾਜ ਨੂੰ ਚੰਗਾ ਬਣਾਉਣ ਵਾਲਾ ਹੈ, ਜੇ ਤੁਹਾਡਾ ਇਤਿਹਾਸ ਕੁਦਰਤ ਨੂੰ ਵਿਗਿਆਨਕ ਰੂਪ 'ਚ ਸਮਝਣ ਵਾਲਾ ਹੈ, ਜੇ ਤੁਹਾਡਾ ਇਤਿਹਾਸ ਏਕੇ ਵਾਲਾ ਹੈ, ਜੇ ਤੁਹਾਡਾ ਇਤਿਹਾਸ ਮਾਨਸ ਕੀ ਜਾਤ ਸਭ ਏਕੇ ਪਹਿਚਾਣ ਵਾਲਾ ਹੈ, ਤਾਂ ਫਿਰ ਜਿਹੜੇ ਇਸ ਨੂੰ ਵੰਡੀਆਂ ਪਾ ਕੇ ਰਾਜ ਕਰਨਾ ਚਾਹੁੰਦੇ ਨੇ, ਉਹਨਾਂ 'ਚ ਸਭ ਤੋਂ ਵੱਡੀ ਜਥੇਬੰਦੀ ਭਾਰਤ ਦੇ ਵਿੱਚ RSS ਹੈ। ਉਹਨੂੰ ਇਹ ਹਜਮ ਨਹੀਂ ਆ ਸਕਦਾ। ਨਾ ਉਹਨਾਂ ਨੇ ਕਦੇ ਕੁਰਬਾਨੀ ਕਰੀ ਹੈ। ਉਹਨਾਂ ਨੂੰ ਕਿਆ ਪਤਾ ਵੀ ਖੋਪੜੀ ਲਹਾਉਣ ਦਾ ਭਾਈ ਤਾਰੂ ਸਿੰਘ ਦਾ ਮਤਲਬ ਕੀ ਹੈ। ਉਹਨਾਂ ਨੂੰ ਕਿਆ ਪਤਾ ਵੀ ਜਦ ਭਾਈ ਜ਼ਿਆਦਾ ਦੇਗਾਂ ਚੁੱਬਲਦਾ ਉਹਦਾ ਕਿਆ ਮਜ਼ਾ ਹੈ। ਉਹਨਾਂ ਨੂੰ ਕਿਆ ਪਤਾ ਵੀ ਜਦ ਤੋਪਾਂ ਦੇ ਅੱਗੇ ਕੂਕੇ ਸ਼ਹੀਦ ਹੋ ਰਹੇ ਨੇ ਬੁੱਚੜਖਾਨੇ ਕਰਕੇ, ਗਊਆਂ ਕਰਕੇ, ਜਿਨ੍ਹਾਂ ਗਊਆਂ ਦੀ ਆਪਦੇ ਵੱਲੋਂ ਰੱਖਿਆ। ਇੱਕ ਬੰਦਾ ਇਹਨਾਂ ਦਾ ਦਿਖਾਵਾ ਰਸਤੇ ਦਾ ਜਿਹਨੇ ਗਊਆਂ ਵਾਸਤੇ ਸ਼ਹੀਦੀ ਦਿੱਤੀ ਹੋਵੇ। ਸੋ ਸਿੱਖੀ ਦੇ ਵਿੱਚੋਂ ਜਦ ਅਹਿਮਦ ਸ਼ਾਹ ਅਬਦਾਲੀ 2200 ਔਰਤਾਂ ਨੂੰ ਫੜ ਕੇ ਲਿਜਾ ਰਿਹਾ ਸੀ, ਉਦੋਂ ਵੀ ਸਿੱਖ ਇਤਿਹਾਸ ਨੇ ਬਚਾਇਆ। ਸਿੱਖ ਲੰਗਰ ਬਣਾਉਂਦੇ ਬਣਾਉਂਦੇ ਛੱਡ ਕੇ ਆ ਕੇ ਉਹਨਾਂ ਨੂੰ ਛਡਾਇਆ, ਉਹਨਾਂ ਦੇ ਘਰੋਂ ਘਰੀ ਛੱਡ ਕੇ ਆਏ। ਆਹ ਕਿਸਾਨ ਅੰਦੋਲਨ ਤੁਸੀਂ ਦੇਖਿਆ ਸਿੱਖੀ ਇਤਿਹਾਸ ਨੇ ਕੀ ਦਿਖਾਇਆ ਹੈ। ਇੱਕ ਵੀ ਲੜਕੀ ਦੇ ਉੱਤੇ ਕੋਈ ਹਮਲਾ ਨਹੀਂ ਹੋਇਆ, ਇੱਕ ਵੀ ਬਜ਼ੁਰਗ ਗਿੱਲੇ ਪਾਣੀ 'ਚ ਨਹੀਂ ਪਿਆ ਰਿਹਾ। ਆਹ ਹੁਣ ਵੀ ਸਾਫ਼ ਕਰ ਰਹੇ ਨੇ। ਬੱਚਿਆਂ 'ਚ ਬਾਅਦ ਸਫਾਈ ਰੱਖਣੀ ਹੈ, ਸੇਵਾ ਕਰਨੀ ਹੈ, ਭੁੱਖੇ ਨੂੰ ਅੰਨ ਦੇਣਾ ਹੈ। ਇਹ ਸਿੱਖੀ ਹੈ। ਇਸ ਸਿੱਖੀ ਨੂੰ ਢਾਹ ਲਾਉਣਾ ਚਾਹੁੰਦੇ ਨੇ ਜਿਹੜੇ ਆਪਦਾ ਪੇਟ ਭਰਨਾ ਚਾਹੁੰਦੇ ਨੇ। ਉਹ ਪੇਟ ਭਰਨ ਵਾਲੇ ਨੇ। ਸਾਡੇ ਗੁਰੂ ਨੇ ਕਿਹਾ, ਫਿੱਟ ਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ। ਡਾਕਟਰ ਸਾਹਿਬ, ਇੱਕ ਹੋਰ ਵੱਡਾ ਸਵਾਲ ਹੈ, ਤੁਸੀਂ RSS ਨੂੰ ਦੋਸ਼ੀ ਮੰਨਦੇ ਹੋ ਕਿ ਜਿਹੜਾ RSS ਦੇ ਇਸ਼ਾਰੇ ਦੇ ਉੱਪਰ ਹੋਇਆ, ਪਰ ਜੇ ਦੇਖੀਏ ਤਾਂ ਜਿਹੜਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਕਾਂਗਰਸ ਪਾਰਟੀ ਦੇ ਵੇਲੇ ਹੁੰਦਾ, ਜਦੋਂ ਕਾਂਗਰਸ ਸੱਤਾ ਦੇ ਵਿੱਚ ਹੈ, ਜਿਹਨੂੰ ਸ਼੍ਰੋਮਣੀ ਅਕਾਲੀ ਦਲ ਕਿਹਾ ਜਾਂਦਾ ਕਿ ਪੰਜਾਬ ਦੀ ਜਾਂ ਪੰਥ ਦੀ ਨੁਮਾਇੰਦਾ ਜਮਾਤ ਹੈ, ਉਹਦੇ ਸਮੇਂ ਦੇ ਦਰਮਿਆਨ ਹੁੰਦਾ ਹੈ, ਤਾਂ ਫਿਰ ਕੀ ਮੰਨਿਆ ਜਾਵੇ ਕਿ ਇਹ RSS ਦੇ ਨਾਲ ਜੁੜੀਆਂ ਹੋਈਆਂ ਜਥੇਬੰਦੀਆਂ ਨੇ ਜਾਂ ਪਾਰਟੀਆਂ ਨੇ? ਬਿਲਕੁਲ ਜੁੜੀਆਂ ਹੋਈਆਂ ਨੇ। ਅੰਦਰੋਂ ਇੱਕ ਨੇ ਅਮਰਿੰਦਰ ਸਿੰਘ ਜਾਨੀ ਰਿਹਾ BJP ਨਾਲ, ਕਾਂਗਰਸ ਹੀ ਸੀ ਨਾ। 9.5 ਸਾਲ ਰਾਜ ਕਰਿਆ CM ਦੇ ਤੌਰ ਤੇ। ਆ ਤਾਂ ਅਕਾਲੀ ਤਾਂ ਨਾਲ ਰਲੀ ਹੋਏ ਨੇ। ਇਹਨਾਂ ਨੂੰ ਤਾਂ ਇੰਨੀ ਗੈਰਤ ਨਹੀਂ ਹੈ ਕਿ ਭਾਈ ਠੀਕ ਹੈ ਨਾਲ ਰਹੋ,
ਰਹੋ, ਪ੍ਰੇਮ ਨਾਲ ਰਹੋ, ਸਿਆਸੀ ਸਾਂਝ ਪਾਲੋ, ਪਰ ਆਪਦਾ ਇਤਿਹਾਸ ਦਾ ਨਾ ਛੱਡੋ। ਜਿਹੜਾ ਦਰਖਤ ਆਪਦੀਆਂ ਜੜ੍ਹਾਂ ਛੱਡ ਦੇਗਾ ਉਹ ਸੁੱਕੇਗਾ, ਜਿੱਡਾ ਮਰਜ਼ੀ ਤਕੜਾ ਹੋ ਗਿਆ ਸੁੱਕ ਗਿਆ, ਲੋਕ ਸੁਕਾ ਦੇਣਗੇ ਉਸ ਨੂੰ। ਸੋ ਇਸ ਕਰਕੇ ਜਿਹੜੀਆਂ ਇਹ ਸਰਕਾਰਾਂ ਰਹੀਆਂ ਨੇ, ਇਹਦੇ ਵਿੱਚ ਦੁਖਾਂਤ ਵੱਡਾ ਇਹ ਹੈ ਕਿ ਇਤਿਹਾਸ ਬਾਰੇ 3 ਧਿਰਾਂ ਬੋਲਦੀਆਂ ਨੇ। ਜੇ ਸਿਆਸੀ ਧਿਰ ਨਾ ਬੋਲਦੇ ਤਾਂ ਜੀ, ਇੱਕ ਜਿਨ੍ਹਾਂ ਨੇ ਉਹ ਇਤਿਹਾਸ ਸਾਹਮਣਾ ਹੈ, ਉਹ ਇਤਿਹਾਸ ਸਾਹਮਣ ਦੀ ਡਿਊਟੀ ਹੈ SGPC ਦੀ, ਸ਼੍ਰੀ ਅਕਾਲ ਤਖਤ ਸਾਹਿਬ ਦੀ। ਉਹ ਚੁੱਪ ਰਹੇ ਕਿਉਂਕਿ ਅਕਾਲੀ ਦਲ ਦਾ ਉਹਨਾਂ ਦਾ ਆਕਾ ਕਹਿੰਦਾ ਵੀ ਇਹ ਕਿਤਾਬ ਹੀ ਪੜ੍ਹਾਈ ਜਾਣੀ ਹੈ। ਧਰਨੇ ਮਾਰਦਾ ਉਹ ਸੁਖਬੀਰ ਬਾਦਲ ਨੇ 2018 ਧਰਨੇ ਮਾਰੇ ਕਿ ਇਹ ਕਿਤਾਬ ਪੜ੍ਹਾਓ ਜਿਹੜੀ ਗਲਤ ਇਤਿਹਾਸ ਹੈ, ਉਹ ਪੜ੍ਹਾਈ ਜਾ ਰਹੀ ਹੈ। ਇਸ ਕਰਕੇ ਉਹ ਤਾਂ ਚੁੱਪ ਹੋ ਗਏ। ਉਹ ਤਾਂ ਫਿਰ ਭੀਸ਼ਮ ਪਿਤਾਮਹ ਵਾਲੇ ਹੋ ਗਏ ਵੀ ਰਾਜ ਨਾਲ ਬੰਨੇ ਹੋਏ ਨੇ। ਉਹ ਆਜ਼ਾਦ ਸੰਸਥਾ ਨਹੀਂ ਰਹੀ, ਉਹ ਰਾਜ ਨਾਲ ਬੰਨੇ ਹੋਏ ਨੇ, ਗੱਡੇ ਨਾਲ ਬੰਨੇ ਹੋਏ ਨੇ। ਹੁਣ ਦੂਜਾ ਹਿੱਸਾ ਕੀ ਆ ਗਿਆ? ਦੂਜਾ ਹਿੱਸਾ ਜਿਹੜੇ ਪੜ੍ਹਾਉਣ ਵਾਲੇ ਨੇ, ਪੜ੍ਹਾਉਣ ਵਾਲੇ ਨੂੰ ਆਪ ਵੀ ਇਹੋ ਜਿਹਾ ਹਾਲ ਹੈ। ਇੱਕ ਵੀ ਨਾ ਬੋਲੇ 12,000 ਲੈਕਚਰਰ ਆ ਸਰਕਾਰੀ ਸਕੂਲਾਂ 'ਚ, ਕਦੇ ਸਰਕਾਰੀਆਂ 'ਚ, ਕਿੰਨੇ ਪ੍ਰਾਈਵੇਟਾਂ 'ਚ ਨੇ। ਇੱਕ ਵੀ ਬੰਦਾ ਨਾ ਬੋਲੇ ਯਾਰ ਇਹ ਗੁਰਬਾਣੀ ਤਾਂ ਗਲਤ ਲਿਖੀ ਹੈ। ਇੰਨੀ ਗੱਲ ਤਾਂ ਹਰੇਕ ਨੂੰ ਪਤਾ ਲੱਗ ਸਕਦੀ ਹੈ ਨਾ। ਕਿਸੇ ਨੂੰ ਤਾਂ ਪਤਾ ਹੋਊ, ਕੋਈ ਅੰਮ੍ਰਿਤਧਾਰੀ ਵੀ ਕਹਿੰਦਾ ਹੋਊ ਆਪਦੇ ਆਪ ਨੂੰ, ਕੋਈ ਪੰਜਾਂ ਬਾਣੀਆਂ ਦਾ ਪਾਠ ਵੀ ਕਰਦਾ ਹੋਊ। ਕਿਸੇ ਨੂੰ ਨਹੀਂ ਪਤਾ ਲੱਗਿਆ ਵੀ ਮੂਲ ਮੰਤਰੀ ਗਲਤ ਲਿਖਿਆ। ਕਿਸੇ ਨੂੰ ਨਹੀਂ ਪਤਾ ਲੱਗਿਆ ਵੀ ਜਪ ਜੀ ਨੂੰ ਜਪ ਜੀ ਇਕੱਠਾ ਪਾਤਾ। ਇਹ ਸਮਝ ਨਹੀਂ ਆਇਆ ਕਿਸੇ ਨੂੰ। ਇਹਦਾ ਮਤਲਬ ਜੇ ਨਹੀਂ ਸਮਝ ਆਇਆ ਫਿਰ ਉਹਨਾਂ ਦੀ ਉਹ ਜੇ ਚਾਹੇ ਰੋਜ਼ ਪੰਜੇ ਬਾਣੀਆਂ ਦਾ ਪਾਠ ਕਰਦੇ ਨੇ, ਉਹਨਾਂ ਦਾ ਹਾਲ ਵੀ ਹੋਈ ਆ, ਕਿਸੇ ਨੇ ਪੋਥੀ ਵਾਲੀ ਤੇ ਕਿਸੇ ਨੇ ਖੋਤੀ ਵਾਲੀ ਜੀ। ਸੋ ਇਸ ਕਰਕੇ ਉਹਨਾਂ ਨੇ ਨਹੀਂ ਕਰਿਆ। ਹੁਣ ਫਿਰ ਕਿਹਦੀ ਜ਼ਿੰਮੇਵਾਰੀ ਰਹਿ ਗਈ? ਬੁੱਧੀਜੀਵੀ ਮੁੱਕਰ ਗਏ, ਸਿਆਸਤ ਦੇ ਵਿੱਚ ਜਿਹੜੇ ਧਰਮ ਦੇ ਉੱਤੇ ਠੇਕੇਦਾਰ ਨੇ ਉਹ ਮੁੱਕਰ ਗਏ, ਸਿਆਸਤ ਕੰਮ ਕਰਨੋਂ ਹਟ ਗਈ। ਫਿਰ ਸਾਡੇ ਵਰਗੇ ਲੋਕਾਂ ਦਾ ਕੰਮ ਆ ਗਿਆ, ਸਿਰਸਾ ਜੀ ਵਰਗਿਆਂ ਦਾ ਆ ਗਿਆ ਵੀ ਹੁਣ ਆਪਾਂ ਉੱਠੀਏ। ਮੈਂ ਅੱਜ ਇਹ ਸੁਨੇਹਾ ਦੇਣਾ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਚੈਨਲ ਦੇ ਰਾਹੀਂ ਕਿ ਜੇ ਦੇਸ਼ ਦੀ ਇੱਜ਼ਤ ਬਚਾਉਣੀ ਹੈ, ਜੇ ਪੰਜਾਬ ਨੂੰ ਬਚਾਉਣਾ ਹੈ, ਜੇ ਪੰਜਾਬ ਦੇ ਇਤਿਹਾਸ ਨੂੰ ਬਚਾਉਣਾ ਹੈ, ਅੱਜ ਭੁੱਲ ਜਾਓ ਵੰਡੀਆਂ। ਅਰੇ ਭੁੱਲੋ ਕੌਣ ਹੈ ਹਿੰਦੂ, ਕੌਣ ਹੈ ਸਿੱਖ, ਕੌਣ ਹੈ ਮੁਸਲਮਾਨ, ਕਿਹੜਾ RSS ਦਾ ਸਮਾਜ ਹੈ, ਕਿਹੜਾ ਨਹੀਂ। ਅੱਜ ਆਪਦਾ ਇਤਿਹਾਸ ਬਚਾ ਲਓ। ਜਿੱਦਾਂ ਤੁਹਾਡਾ ਇਤਿਹਾਸ ਮਾਰਿਆ ਗਿਆ ਤੁਸੀਂ ਮਾਰੇ ਗਏ। ਜਿਹੜੇ ਅੱਜ ਸਾਡੇ ਬੱਚੇ ਬਾਹਰ ਜਾ ਰਹੇ ਨੇ, ਜਿਹੜੇ ਬੱਚੇ ਸਾਡੇ ਨਸ਼ੇ ਕਰ ਰਹੇ ਨੇ, ਜਿਹੜੇ ਬੱਚੇ ਸਾਡੇ ਗੈਂਗਸਟਰ ਬਣ ਰਹੇ ਨੇ, ਉਹ ਉਸ ਉਮਰ ਦੇ ਨੇ ਜਿਨ੍ਹਾਂ ਨੂੰ ਆਹ ਇਤਿਹਾਸ ਪੜ੍ਹਾਇਆ ਗਿਆ ਸੀ ਅੱਜ ਤੋਂ 25 ਸਾਲ ਪਹਿਲਾਂ। ਉਹ ਹੁਣ 40 ਸਾਲ ਦੇ ਨੇ ਤੇ ਉਹਨਾਂ ਨੂੰ ਲੱਗਾ ਵੀ ਸਾਡੇ ਇਤਿਹਾਸ ਤਾਂ ਕੁਝ ਹੈ ਨਹੀਂ। ਉਹਨਾਂ ਦੀ ਉਮੀਦ ਖਤਮ ਹੋ ਗਈ। ਜਦ ਤੁਸੀਂ ਇਤਿਹਾਸ ਪੜ੍ਹਾਉਂਦੇ ਹੋ ਵੀ ਸਾਡਾ ਇਤਿਹਾਸ ਇਹ ਹੈ ਕਿ ਘੋੜਿਆਂ ਦੀਆਂ ਕਾਠੀਆਂ ਤੇ ਸੌਂਦੇ ਸੀਗੇ, ਪੱਤੇ ਖਾ ਕੇ ਗੁਜ਼ਾਰਾ ਕਰਦੇ ਸੀ, ਪਰ ਇਹ ਨਹੀਂ ਮੰਨੀ। ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਧਦਾ ਅਸੀਂ ਦੂਣੇ ਚਾਉਣੇ ਹੋਏ ਜੀ। ਡਾਕਟਰ ਸਾਹਿਬ ਜੇ ਆਪਾਂ ਇਹ ਕਿਤਾਬ ਦੀ ਗੱਲ ਕਰੀਏ ਤਾਂ ਇਸ ਕਿਤਾਬ ਦੇ ਵਿੱਚ ਜਿਹੜਾ ਸੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਹਿੰਦੂ ਧਰਮ ਦੇ ਪ੍ਰਚਾਰਕ ਦੱਸਿਆ ਜਾਂਦਾ ਹੈ। ਕਿਹਾ ਜਾਂਦਾ ਕਿ ਉਹਨਾਂ ਨੇ ਕੋਈ ਵੱਖਰੀ ਜਿਹੜੀ ਪ੍ਰਥਾ ਨਹੀਂ ਚਲਾਈ, ਉਹਨਾਂ ਨੇ ਜਾਤ ਪਾਤ ਦਾ ਖੰਡਨ ਨਹੀਂ ਕੀਤਾ। ਇਸ ਤਰ੍ਹਾਂ ਦੇ ਤਮਾਮ ਮਸਲੇ ਨੇ ਜਿਹੜੇ ਇਤਿਹਾਸ ਦੇ ਉਲਟ ਭੁਗਤਦੇ ਨੇ। ਤੁਸੀਂ ਵੀ ਬਾਣੀ ਦਾ ਅਧਿਐਨ ਕੀਤਾ, ਇਤਿਹਾਸ ਸਾਹਿਬਾਨ ਨੇ ਹਿੰਦੂ ਧਰਮ ਦਾ ਪ੍ਰਚਾਰ ਕੀਤਾ ਜਾਂ ਜਾਤੀ ਪ੍ਰਥਾ ਦਾ ਵਿਰੋਧ ਨਹੀਂ ਕੀਤਾ। ਦੇਖੋ ਆਪਾਂ ਇਸ ਪਾਸੇ ਜਾਣ ਦੀ ਬਜਾਏ ਪਹਿਲਾਂ ਇਹ ਦੇਖੀਏ ਵੀ ਜਦ ਤੁਸੀਂ ਇਤਿਹਾਸ ਲਿਖਦੇ ਹੋ, ਇੱਕ ਤੁਸੀਂ ਕੁਝ ਕਹਿਤਾ, ਇਹਨਾਂ ਨੇ ਕਹਿਤਾ, ਮੈਂ ਕਹਿਤਾ, ਇਹ ਇਤਿਹਾਸ ਨਹੀਂ ਬਣ ਜਾਂਦਾ। ਇਤਿਹਾਸ ਦਾ ਪੁਖਤਾ ਸਰੂਪ ਸਾਡੇ ਕੋਲ ਕੀ ਹੈ? ਗੁਰਬਾਣੀ। ਜੇ ਗੁਰਬਾਣੀ 'ਚ ਥਾਂ ਥਾਂ ਤੇ ਜਾਤਕ ਕਰਮ ਨਾ ਕਰਿਓ, ਕੋਈ ਬ੍ਰਹਮ ਦੇ ਸੋ ਬ੍ਰਾਹਮਣ ਹੋਈ, ਜਾਤਕ ਕਰਮ ਕਰੇ ਮੂਰਖ ਗਵਾਰਾ, ਇਸ ਗਰਭ ਤੇ ਉਪਜੇ ਬਹੁ ਬੇਕਰਾਰ। ਕੀ ਹੈ? ਨੀਚਾ ਅੰਦਰ ਨੀਚ ਜਾਤ, ਬਾਬਾ ਨਾਨਕ ਨੇ ਕਿਹਾ ਨੀਚਾ ਅੰਦਰ ਨੀਚ ਜਾਤ। ਜੇ ਉਹਨਾਂ ਨੇ ਕਰਮ ਕਰਨ ਨੂੰ ਭੰਡਿਆ ਕੀ ਹੈ? ਜੇ ਉਹਨਾਂ ਨੇ ਆਖਿਆ ਆਨ ਸੇਤੀ ਨਾਕ ਪਕੜੇ ਸੂਝ ਤੇ ਤਿੰਨ ਲੋ, ਮਗਰ ਪਾਸੇ ਕੁਛ ਨਾ ਸੁਝੇ ਇਹ ਪਦ ਮਲੋ। ਕਹਿੰਦੇ ਐ ਨੱਕ ਅੱਖਾਂ ਮੀਚ ਕੇ ਫੜ ਲਿਆ, ਉਹ ਕਮੰਡਲ ਤੇਰਾ ਪਿੱਛੇ ਰੱਖਦਾ, ਤੈਨੂੰ ਦਿਖਦਾ ਉਹ ਹੈ ਨਹੀਂ, ਉਹ ਕਹਿੰਦਾ ਮੈਨੂੰ ਤਾਂ ਲੋਕੀ ਦਿਖਦੀ ਹੈ। ਇਹ ਕਿਹੜਾ ਨਵਾਂ ਤਰੀਕਾ? ਸੋ ਇਸ ਕਰਕੇ ਜਦ ਉਹਨਾਂ ਨੇ ਕਿਹਾ ਜਾ ਕਹਿੰਦੇ ਜਿਉਂਦੇ ਪਿੱਤਰ ਨਾ ਮਾਨੇ ਕੋਈ ਮੂਹੇ ਸਰਾਧ ਕਰਾਹੀ, ਪਿੱਤਰ ਵੀ ਬਪਰੇ ਕਿਉਂ ਕਰ ਪਾਵੇ ਕੁੱਗਾ ਕੁਕਰ ਖਾਹੀ। ਜੇ ਮੋਹਾਂ ਕਾ ਘਰ ਮੋਹੇ ਘਰ ਮੋਹੇ ਪਿਤਰੀ ਦੇ, ਅੱਗੇ ਵਸਤ ਸਜਾਣੀਆਂ ਪਿਤਰੀ ਚੋਰ ਕਰੇ। ਇਹ ਉਹ ਸ਼ਰਾਧਾਂ ਦੇ ਉੱਤੇ ਹੈ ਵੀ ਜੇ ਚੋਰੀ ਕਰਕੇ ਤੁਸੀਂ ਆਪਦੇ ਪਿੱਤਰਾਂ ਨੂੰ ਸ਼ਰਾਧ ਕਰਾਉਣੇ ਹੋ, ਉਹ ਪਤਾ ਲੱਗ ਜਾਣਾ ਵੀ ਚੋਰੀ ਦਾ ਮਾਲ ਹੈ, ਹਰਾਮ ਦਾ ਮਾਲ ਹੈ। ਇਹ ਕੀ ਹੈ? ਇਹ ਹਿੰਦੂ ਧਰਮ ਹੈ। ਸੋ ਇਸ ਕਰਕੇ ਇਹਨਾਂ ਦਾ ਇਹ ਕਹਿਣਾ ਵੀ ਉਹਨਾਂ ਨੇ ਹਿੰਦੂ ਧਰਮ ਦਾ ਪ੍ਰਚਾਰ ਕਰਿਆ ਜੀ, ਉਹਨਾਂ ਨੇ ਕੋਈ ਮੈਂ ਕੱਲ੍ਹ ਹੀ ਲਿਖ ਰਿਹਾ ਸੀ ਵੀ ਕਿਵੇਂ ਜਾਤ ਪਾਤ ਦਾ ਖੰਡਨ ਕਰਿਆ। ਗੁਰੂ ਗ੍ਰੰਥ ਸਾਹਿਬ 'ਚ ਉਪਲਬਧ ਹੈ। ਗੁਰੂ ਗ੍ਰੰਥ ਸਾਹਿਬ ਸਾਡੇ ਸਾਹਮਣੇ ਇੱਕ ਕਸੌਟੀ ਹੈ ਇਤਿਹਾਸ ਦੀ। ਜੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਉਹ ਲਿਖ ਦਿੰਦੇ, ਮੈਨੂੰ ਭੋਰਾ ਤਰਾਜਾ ਹੁੰਦਾ। ਉੱਥੋਂ ਸਾਬਤ ਕਰ ਦਿੰਦੇ ਵੀ ਆਹ ਦੇਖ ਲਓ ਇੱਥੇ ਇਹਨਾਂ ਨੇ ਆਖਿਆ ਵੀ ਜਾਤ ਪਾਤ ਨੇ ਆਖਿਆ ਵੀ ਤੀਰਥ ਵਰਤ ਹੱਥ ਜੋਗੇ ਹੋਣਾ ਚਾਹੀਦਾ। ਜੇ ਆਪਾਂ ਅਕਾਲੀ ਦਲ ਬਾਦਲ ਦੀ 2022 ਦੀਆਂ ਚੋਣਾਂ 'ਚ ਦੇਖਣਾ ਤੇ ਬਹੁਤ ਵੱਡੀ ਕਰਾਰੀ ਹਾਰ ਪ੍ਰਾਪਤ ਹੋਈ ਹੈ, ਜਿਸ ਤੋਂ ਬਾਅਦ ਜਿਹੜੇ ਅਕਾਲੀ ਦਲ ਦੇ ਨਾਲ ਸੰਬੰਧਿਤ ਮੁੱਖ ਨੁਮਾਇੰਦੇ ਨੇ ਉਹਨਾਂ ਵੱਲੋਂ
ਵੱਲੋਂ ਇੱਕ ਬਹੁਤ ਵੱਡੀ ਸਟੇਟਮੈਂਟ ਦਿੱਤੀ ਜਾ ਰਹੀ ਹੈ ਕਿ ਪੰਥ ਨੂੰ ਖਤਰਾ ਹੈ, ਪੰਜਾਬ ਨੂੰ ਖਤਰਾ ਹੈ, ਸਿੱਖਾਂ ਨੂੰ ਲਾਮਬੰਦ ਹੋਣਾ ਚਾਹੀਦਾ ਹੈ। ਕੀ ਦੇਖਿਆ ਜਾਵੇ ਇਸ ਸਟੇਟਮੈਂਟ ਤੋਂ? ਦੇਖੋ, ਇਹ ਸਟੇਟਮੈਂਟ ਤਾਂ ਉਹਨਾਂ ਦੀ ਆਪਦੀ ਸਿਆਸੀ ਸਟੇਟਮੈਂਟ ਹੈ, ਪਰ ਇੱਕ ਗੱਲ ਮੈਂ ਕਹਾਂਗਾ, ਕਈਆਂ ਦਾ ਮੈਂ WhatsApp ਤੇ ਪੜ੍ਹ ਰਿਹਾ ਹੁੰਨਾ, ਉਹ ਕਹਿੰਦੇ ਜੀ ਹਰਸਿਮਰਤ ਕੌਰ ਉਹਨਾਂ ਦਾ ਕੱਖ ਨਾ ਰਹੇ, ਕਹਿੰਦੇ ਗੁਰੂ ਨੇ ਸੁਣ ਲਈ ਉਹਨਾਂ ਦੀ। ਡਾਕਟਰ ਪਿਆਰੇ ਲਾਲ ਗਰਗ ਜੀ ਦੇ ਨਾਲ ਗੱਲਬਾਤ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਇਤਿਹਾਸ ਨੂੰ ਵਿਗਾੜਨਾ, ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦਾ ਅਧਿਐਨ ਕਰਕੇ ਉਸ ਦੇ ਮੁਤਾਬਕ ਜਿਹੜਾ ਇਤਿਹਾਸ ਲਿਖਿਆ ਜਾਂਦਾ ਹੈ, ਪੜ੍ਹਿਆ ਜਾਂਦਾ ਹੈ ਔਰ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ। ਕਿਤੇ ਨਾ ਕਿਤੇ ਜਿਹੜੀਆਂ ਪੰਜਾਬ ਦੀਆਂ ਆਪਣੇ ਆਪ ਨੂੰ ਨੁਮਾਇੰਦਾ ਪਾਰਟੀਆਂ ਕਹਾਉਣ ਵਾਲੀਆਂ ਨੇ ਜਾਂ ਦੱਸਦੇ ਨੇ ਕਿ ਅਸੀਂ ਜਿਹੜਾ ਪੰਜਾਬ ਦੇ ਜਾਂ ਸਿੱਖਾਂ ਦੇ ਅਸਲ ਹਤੈਸ਼ੀ ਹਾਂ, ਪਰ ਬਹੁਤ ਵੱਡੇ ਸਵਾਲੀਆ ਚਿੰਨ੍ਹ ਲੱਗਦੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਤਮਾਮ ਪੱਖ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗਾ। ਧੰਨਵਾਦ।